मैं अपनी मां दे शान दे खिलाफ नहीं जा सकदा, कदे नहीं जा सकदा। मैनू पता है डायमंड दे दिमाग दे फितूर दे पिछे भी इस गीत दा हाथ है। गीत मैं तेनू कदे नहीं बख्शांगा, मैं तेनू कदे माफ नहीं करांगा। गीत चाचा जी तुसी मेरे नाल सांझ नहीं पाउणी तो कोई गल नहीं, पर जिहड़ियां मां पुत दे सांझ फर्क पिया ना, इच रंग पाउण दा मौका तुसी हत्थों ना जान दो। मैं तेरी गल समझा नहीं गीत, की कह रही है तू? वैसे तो मैं मां पुत च बोलण वाली हुंदी कौन आ, पर जे मेरी मनो तो तुसी अपनी मम्मी जी नूं अपने हत्थां नाल खाना खवाओ, उन्हां नूं बहुत चंगा लगेगा। जे मम्मी जी मेरे हथों खाना खाणगे तो मैनू चंगा लगेगा। मैनू माफ कर दो मम्मी जी, मैनू माफ कर दो। क्यों वड्डी भाभी जी, अजकल जो मेहरा हाउस च हो रहा है वो सब वेख के तो तुहानू ते बड़ी ठंड पैंदी होनी है ना। ये की कह रही है कम्मो? अपने घर कलेश होवे ते किहदे कलेजे नूं ठंड पै सकदी है भला? अच्छा कलेश तो तुसी भी दुखी हुन्ने हो? जे इन्ना ही कलेश तो डर लगदा है तो कलेश की जड़ नूं घर च लियाउण दी की लोड़ सी? मैनू की लोड़ पई है जड़ लाउण दी कम्मो? तू ही अपनी जुबान नाल बथेरा बीज बोल लैनी है, एक कान तो दूजे कान विच ते दूजे कान तो तीजे कान विच पा के। अच्छा वड्डी भाभी जी तुहानू ते यही लगदा है ना कि मैं ही पाउणी है इस घर दे विच कलेश, ते तुसी जिहड़ा इस घर दी सुख शांति नूं खाण वास्ते मगरमच्छ लिआंदा आ ओहदा कोई कसूर नहीं दिसदा तुहानू? ओनू घर च छड्ड दित्ता ते आप अपने कमरे च बह के अपने दिन कटदे पे हो। तू किहड़े मगरमच्छ दी गल करदी पई है कम्मो? ਅਸੀਂ ਤੁਹਾਡੀ ਨੂੰਹ ਰਾਣੀ ਦੀ ਗੱਲ ਕਰਦੇ ਪਏ ਆ, ਤੁਹਾਡੇ ਲਾਡਲੇ ਪੁੱਤਰ ਦੀ ਨਵੀਂ ਵੋਟੀ ਦੀ, ਜਿਹਦੇ ਵਾਸਤੇ ਤੁਹਾਡੇ ਦਿਲ ਵਿੱਚ ਪਿਆਰ ਬੜਾ ਉਬਾਲੇ ਮਾਰਦਾ ਪਿਆ ਹੈ ਨਾ। ਹੋਰ ਕੀ ਆ ਨੂੰਹ ਦੇ ਪੈਰ ਕੀ ਪਏ ਇਸ ਘਰ ਵਿੱਚ, ਸੱਸ ਦਾ ਤੇ ਪੈਰ ਹੀ ਪੁੰਜੇ ਨਹੀਂ ਲੱਗਦਾ ਪਿਆ। ਤੁਹਾਨੂੰ ਕਿਸੇ ਨੂੰ ਨੂੰਹ ਦਾ ਸੁੱਖ ਨਹੀਂ ਨਾ ਮਿਲਿਆ, ਤਾਂ ਕਰਕੇ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੀਆਂ ਪਈਆਂ ਜੀ। ਹੁਣ ਤੁਹਾਨੂੰ ਮੈਂ ਕੀ ਦੱਸਾਂ, ਬਸ ਐਨੀ ਗੱਲ ਸੁਣ ਲਵੋ ਕਿ ਜਿਹੜੀ ਸੱਸ ਨੂੰ ਇਹੋ ਜਿਹੀ ਨੂੰਹ ਮਿਲੇ ਨਾ, ਉਹਦੇ ਪੈਰ ਤਾਂ ਪੁੰਜੇ ਲੱਗ ਨਹੀਂ ਸਕਦੇ, ਉਹ ਤਾਂ ਉੜਦੀ ਫਿਰੇਗੀ ਉੜਦੀ, ਉਹ ਵੀ ਖੰਭਾਂ ਤੋਂ ਬਗੈਰ। ਬਾਕੀਆਂ ਦਾ ਤਾਂ ਪਤਾ ਨਹੀਂ ਵੱਡੀ ਮਾਮੀ ਜੀ, ਬਟ ਤੁਹਾਡੇ ਨਾਲ ਤੁਹਾਡੀ ਚਹੀਤੀ ਗੀਤ ਉਹ ਵੀ ਕੁਝ ਜ਼ਿਆਦਾ ਹੀ ਉੜੀ ਫਿਰਦੀ ਹੈ ਅੱਜਕੱਲ, ਇੰਨਾ ਕਿ ਵੱਡੇ ਮਾਮਾ ਜੀ ਦੇ ਸਿਰ ਦੇ ਉੱਤੋਂ ਉਡਾਰੀਆਂ ਭਰੀ ਫਿਰਦੀ ਹੈ। ਤੁਸੀਂ ਕਿਉਂ ਉੜੇ ਫਿਰਦੇ ਹੋ? ਇਸ ਲਈ ਕਿ ਉਹ ਵੱਡੇ ਮਾਮਾ ਜੀ ਦੀ ਬੇਇੱਜ਼ਤੀ ਕਰਦੀ ਹੈ, ਪੂਰੇ ਪਰਿਵਾਰ ਦੇ ਸਾਹਮਣੇ ਉਹਨਾਂ ਨੂੰ ਢੋਲ ਵਜਾਉਣ ਲਈ ਕਹਿੰਦੀ ਹੈ, ਤੇ ਫਿਰ ਵੀ ਉਹਦਾ ਸਾਥ ਦੇ ਰਹੇ ਹੋ ਤੁਸੀਂ। ਤੁਹਾਨੂੰ ਚੰਗੀ ਲੱਗਦੀ ਹੈ? ਇਹਦੇ ਵਿੱਚ ਉਹਦਾ ਕੀ ਕਸੂਰ ਹੈ? ਉਹਨੇ ਜੋ ਕੀਤਾ ਹੈ ਨਾ ਉਹ ਸਹੀ ਕੀਤਾ ਹੈ, ਪਰ ਲੱਗਦਾ ਹੈ ਤੁਹਾਨੂੰ ਇਹ ਗੱਲ ਸਹੀ ਨਹੀਂ ਲੱਗੀ। ਤੁਹਾਨੂੰ ਸਾਰਿਆਂ ਨੂੰ ਮਹਿਰਾ ਹਾਊਸ ਵਾਲਿਆਂ ਨੂੰ ਆਦਤ ਹੈ ਨਾ, ਖਾਸ ਕਰਕੇ ਮਹਿਰਾ ਹਾਊਸ ਦੇ ਮਰਦਾਂ ਨੂੰ, ਕਿ ਮਹਿਰਾ ਹਾਊਸ ਦੀਆਂ ਨੂੰਹਾਂ ਨਾਲ ਧੱਕਾ ਹੀ ਕਰਨਾ ਹੈ। ਤੇ ਇਸੇ ਤਰ੍ਹਾਂ ਹੀ ਜੇਕੇ ਸਾਹਿਬ ਨੇ ਗੀਤ ਨੂੰ ਵੀ ਆਪਣੇ ਥੱਲੇ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਨੇ ਉਹਨਾਂ ਦਾ ਧੱਕਾ ਜਰਿਆ ਨਹੀਂ। ਇਹੋ ਗੱਲ ਤੁਹਾਡੇ ਕੋਲ ਬਰਦਾਸ਼ਤ ਨਹੀਂ ਹੋ ਰਹੀ, ਬਸ ਇਹੀ ਗੱਲ ਹੈ। ਹਾਂ ਹਾਂ ਤੁਹਾਡੇ ਹਿਸਾਬ ਨਾਲ ਤਾਂ ਕੋਈ ਗੱਲ ਹੋਈ ਨਹੀਂ ਨਾ, ਜੇਕੇ ਭਾਈ ਸਾਹਿਬ ਨੂੰ ਢੋਲ ਵਜਾਉਣ ਲਈ ਕਿਹਾ ਉਸ ਗੀਤ ਨੇ, ਫਿਰ ਵੀ ਕੋਈ ਗੱਲ ਨਹੀਂ ਨਾ। ਉਹਦੇ ਕਰਕੇ ਮੰਮੀ ਜੀ ਨੇ ਨੱਚ ਘਰ ਦੇ ਵਿੱਚ ਢੋਲ ਵਜਾਇਆ ਤੇ ਬਿਮਾਰ ਹੋ ਗਏ, ਉਹ ਵੀ ਕੋਈ ਗੱਲ ਨਹੀਂ ਨਾ। रूबी तू भी इन्हां दा पहाड़ा पड़ी जानी है? कम्मो इस घर दी कुड़ी है ते गिन्नी इस घर दी दोती, पर तू तो इस घर दी नूंह है ना। तेनू ते पता ही है ना कि इस घर दियां जनानियां दे नाल की धक्का हुंदा है। मैं मेरा हाउस दी नूंह जरूर हाँ, पर अखां तो अन्नी नहीं। हाँ हाँ रूबी तू अकल दी अन्नी नहीं है, पर तू कबूतर वांगू अपनियां अखां जरूर बंद कीतियां ने। ते जे तू अखां बंद कीतियां ने ना
ਤੇ ਮੈਂ ਤੇਰੇ ਕੰਨ ਖੋਲ ਦੇਣੀ ਆ ਤੇ ਤੈਨੂੰ ਦੱਸ ਦੇਣੀ ਆ ਕਿ ਇਸ ਘਰ ਦੀਆਂ ਨੂੰਹਾਂ ਨਾਲ ਕੀ ਧੱਕਾ ਹੁੰਦਾ ਹੈ। ਮੰਮੀ ਜੀ ਨਾਲ ਕੀ ਹੋਇਆ ਇਹ ਤੇ ਸਾਰੀ ਦੁਨੀਆ ਜਾਣਦੀ ਹੈ, ਤੇ ਸਾਡੇ ਨਾਲ, ਤੇਰੇ ਮੇਰੇ ਨਾਲ ਇਹ ਤਾਂ ਤੈਨੂੰ ਪਤਾ ਹੀ ਹੈ ਨਾ ਕਿ ਉਹ ਵੀ ਟਾਈਮ ਤੋਂ ਭੁੱਲ ਗਈ ਹੈ। ਜੋ ਹੋ ਗਿਆ ਸੋ ਹੋ ਗਿਆ। ਮੈਂ ਮਹਿਰਾ ਹਾਊਸ ਵਿੱਚ ਜਿਸ ਸਾਲ ਵਿੱਚ ਵੀ ਹੈ ਨਾ ਬਹੁਤ ਖੁਸ਼ ਹਾਂ। ਨਾਲੇ ਮੈਂ ਹੁਣ ਜਾਣਾ ਵੀ ਕਿੱਥੇ ਹੈ? ਹੁਣ ਜਿੱਦਾਂ ਦਾ ਵੀ ਹੋਵੇ ਹੈ ਤੇ ਮੇਰਾ ਹੀ ਪਰਿਵਾਰ ਨਾ। ਡਾਇਮੰਡ ਜੀ ਇੱਥੇ ਨੇ, ਮੇਰੀ ਬੇਟੀ ਪਰਲ ਤੇ ਬਾਕੀ ਸਾਰਾ ਪਰਿਵਾਰ ਵੀ ਇੱਥੇ ਹੀ ਹੈ। ਨਾਲੇ ਘਾਟ ਵੀ ਕਿਸ ਚੀਜ਼ ਦੀ ਹੈ? ਮਨ ਭਾਉਂਦਾ ਪਾਉਂਦੇ ਆ, ਮਨ ਭਾਉਂਦਾ ਖਾਂਦੇ ਆ, ਸੂਟ ਗਹਿਣੇ, ਕਿਸ ਚੀਜ਼ ਦੀ ਕਮੀ ਹੈ ਮੈਨੂੰ? ਬਸ ਗਹਿਣਿਆਂ ਤੇ ਸੂਟਾਂ ਤੇ ਮੋਗੀ ਤੇਰੀ ਸੋਚ, ਹੋਰ ਤੈਨੂੰ ਕੁਝ ਨਹੀਂ ਚਾਹੀਦਾ? ਚਾਹੀਦਾ ਤੇ ਏਦਾਂ ਬਹੁਤ ਕੁਛ ਹੈ ਭਾਬੀ ਜੀ, ਪਰ ਤੁਹਾਡੇ ਕੋਲੋਂ ਮੈਨੂੰ ਦੇ ਨਹੀਂ ਹੋਣਾ ਜੋ ਮੈਨੂੰ ਚਾਹੀਦਾ ਹੈ। ਆਪੇ ਤੇ ਕਹਿੰਨੀ ਆ ਇਸ ਘਰ ਵਿੱਚ ਕਿਸੇ ਚੀਜ਼ ਦਾ ਘਾਟਾ ਨਹੀਂ, ਤੇ ਮੈਂ ਤਾਂ ਇਸ ਘਰ ਦੀ ਨੂੰਹ ਆ, ਤੇ ਫਿਰ ਮੈਨੂੰ ਕਿਸ ਚੀਜ਼ ਦਾ ਘਾਟਾ ਹੋ ਸਕਦਾ ਹੈ? ਬੋਲ ਤਾਂ ਸਹੀ, ਤੈਨੂੰ ਕੀ ਚਾਹੀਦਾ ਹੈ? ਮੈਨੂੰ ਚਾਹੀਦੀ ਹੈ ਗੀਤ ਦੀ ਵਿਦਾਈ। ਮੈਂ ਨਹੀਂ ਚਾਹੁੰਦੀ ਕਿ ਉਹ ਢੋਲੀ ਦੀ ਕੁੜੀ ਮੇਰਾ ਪਰਿਵਾਰ ਦੇ ਵਿੱਚ ਰਵੇ। ਮੈਂ ਚਾਹੁੰਦੀ ਹਾਂ ਕਿ ਉਹਨੂੰ ਧੱਕੇ ਮਾਰ ਕੇ ਮੇਰਾ ਪਰਿਵਾਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ। ਦੱਸੋ ਕੱਢ ਸਕਦੇ ਹੋ ਤੁਸੀਂ ਗੀਤ ਨੂੰ? ਮੈਂ ਗੀਤ ਨੂੰ ਕਦੇ ਵੀ ਮੇਰਾ ਹਾਊਸ ਚੋਂ ਬਾਹਰ ਨਹੀਂ ਕੱਢਾਂਗੀ, ਤੇ ਨਾ ਹੀ ਤੈਨੂੰ ਕੱਢਣ ਦੇਵਾਂਗੀ। ਤੂੰ ਹੁੰਦੀ ਕੌਣ ਹੈ ਗੀਤ ਨੂੰ ਇਸ ਘਰ ਵਿੱਚੋਂ ਕੱਢਣ ਵਾਲੀ? ਯਾਦ ਰੱਖ, ਇਹ ਤੇਰਾ ਘਰ ਨਹੀਂ ਹੈ ਰੂਬੀ। ਇਹ ਛੋਟੀ ਮਾਮੀ ਜੀ ਦਾ ਘਰ ਨਹੀਂ ਹੈ? ਫਿਰ ਛੋਟੀ ਮਾਮੀ ਜੀ ਦਾ ਘਰ ਕਿਹੜਾ ਹੈ ਵੱਡੀ ਮਾਮੀ ਜੀ? ਤੂੰ ਰਹਿਣ ਦੇ ਗਿੰਨੀ, ਇਹ ਨਾ ਪੁੱਛ। ਹੁਣ ਤਾਂ ਸ਼ਾਇਦ ਵੱਡੀ ਭਾਬੀ ਨੂੰ ਵੀ ਇਦਾਂ ਹੀ ਲੱਗਦਾ ਹੋਣਾ ਨਾ ਕਿ ਘਰ ਇਹ ਉਹਨਾਂ ਦਾ ਨਹੀਂ ਹੈ। ਉਹਨਾਂ ਨੂੰ ਤੇ ਗੀਤ ਵਿੱਚੋਂ ਦਿਸਦੀ ਹੈ ਨਾ ਇਸ ਘਰ ਦੀ ਮਾਲਕਨ। ਤੇ ਅਗਲੀ ਕਿਹੜਾ ਘੱਟ ਕਰਦੀ ਪਈ ਹੈ, ਆਪਣੇ ਆਪ ਨੂੰ ਇਸ ਘਰ ਦੀ ਮਾਲਕਨ ਸਮਝ ਕੇ ਬੈਠੀ ਹੈ। ਨਹੀਂ ਤੇ ਇੰਨੇ ਸਾਲਾਂ ਤੱਕ ਕਿਸੇ ਦੀ ਹਿੰਮਤ ਨਹੀਂ ਪਈ ਕਿ ਕੋਈ ਮੰਮੀ ਜੀ ਨੂੰ ਉਹਨਾਂ ਦੇ ਕਮਰੇ ਚੋਂ ਬਾਹਰ ਕੱਢ ਕੇ ਮਹਿਰਾ ਪਰਿਵਾਰ ਦੇ ਨਾਲ ਡਾਈਨਿੰਗ ਟੇਬਲ ਤੇ ਬਿਠਾ ਦੇਵੇ। ਪਰ ਅਗਲੀ ਕਰ ਹੀ ਗਈ ਨਾ, ਬਿਠਾ ਹੀ ਦਿੱਤਾ ਉਹਨੇ। ਇਹ ਕੀ ਕਹਿ ਰਹੀ ਹੈ ਕੰਮੋ? ਗੀਤ ਨੇ ਮੰਮੀ ਜੀ ਨੂੰ ਸਾਰਿਆਂ ਦੇ ਵਿੱਚ ਡਾਈਨਿੰਗ ਟੇਬਲ ਤੇ ਬਿਠਾਇਆ? ਹਾਂਜੀ, ਜਾ ਕੇ ਵੇਖ ਲਓ। ਅੱਜ ਵੀ ਉੱਥੇ ਹੀ ਬਿਠਾ ਕੇ ਬ੍ਰੇਕਫਾਸਟ ਕਰਾ ਰਹੀ ਹੈ ਮੰਮੀ ਜੀ ਨੂੰ। ਸ਼ੁਕਰ ਹੈ ਰੱਬ ਦਾ, ਜਿਹੜਾ ਕੰਮ ਇੰਨੇ ਸਾਲਾਂ ਵਿੱਚ ਮੇਰੇ ਕੋ ਕਰਨ ਦੀ ਹਿੰਮਤ ਨਹੀਂ ਹੋਈ, ਉਹ ਰੱਬ ਨੇ ਗੀਤ ਦੇ ਹੱਥੋਂ ਆਉਂਦੇ ਹੀ ਕਰਵਾ ਦਿੱਤਾ। ਦੇਖਿਆ ਕੰਮੋ ਦੀਦੀ, ਫਿਰ ਜਸਲੀਨ ਭਾਬੀ ਜੀ ਦੇ ਕਲੇਜੇ ਵਿੱਚ ਠੰਡ ਪਾਤੀ ਹੈ ਉਸ ਗੀਤ ਨੇ। ਫਿਰ ਕਿਉਂ ਉਹਦੇ ਉਲਟ ਕੋਈ ਗੱਲ ਸੁਣਨਗੇ ਭਾਬੀ ਜੀ? ਤੁਸੀਂ ਕਰੀ ਜਾਓ ਉਹਦੇ ਵਿਰੁੱਧ ਗੱਲਾਂ, ਪਰ ਤੁਹਾਡੇ ਸਾਰਿਆਂ ਦੇ ਏਦਾਂ ਕਹਿਣ ਨਾਲ ਉਹਨੇ ਗਲਤ ਨਹੀਂ ਨਾ ਹੋ ਜਾਣਾ। ਗਲਤ ਤਾਂ ਮੇਰੇ ਸਹੁਰਾ ਸਾਹਿਬ ਜੀ ਸੀ, ਜਿਨ੍ਹਾਂ ਨੇ ਮੰਮੀ ਨੂੰ ਇੰਨੇ ਸਾਲ ਇੱਕ ਖੁੰਝੇ 'ਚ ਲਾ ਛੱਡਿਆ, ਇੱਕ ਕਮਰੇ ਵਿੱਚ ਐਵੇਂ ਬੰਦ ਕਰ ਛੱਡਿਆ। ਤੇ ਗਲਤ ਤੇ ਜੇਕੇ ਸਾਹਿਬ ਨੇ, ਜਿਨ੍ਹਾਂ ਨੇ ਆਪਣੀ ਮੰਮੀ ਦੀ ਕਦਰ ਨਹੀਂ ਕੀਤੀ। ਤੇ ਤੁਸੀਂ ਗੀਤ ਨੂੰ ਗਲਤ ਸਮਝ ਲਿਆ ਹੋ, ਜਿਹਨੇ ਮੰਮੀ ਨਾਲ ਇਹੋ ਜਿਹਾ ਸਲੂਕ ਕੀਤਾ ਜਿਹਦੇ ਉਹ ਸ਼ੁਰੂ ਤੋਂ ਹੱਕਦਾਰ ਸੀ। ਮੈਨੂੰ ਤੇ ਇਸ ਗੱਲ ਦਾ ਯਕੀਨ ਹੀ ਨਹੀਂ ਹੋ ਰਿਹਾ ਕਿ ਗੀਤ ਸੱਚੀ ਮੰਮੀ ਜੀ ਨੂੰ ਡਾਈਨਿੰਗ ਟੇਬਲ ਤੇ ਸਾਰਿਆਂ ਦੇ ਵਿੱਚ ਹੀ ਲੈ ਆਈ। ਤੁਸੀਂ ਤਾਂ ਇਸ ਗੱਲੋਂ ਬੜੀ ਖੁਸ਼ ਹੋ ਨਾ ਵੱਡੀ ਮਾਮੀ ਜੀ? ਕਿਉਂ, ਤੈਨੂੰ ਕੋ ਤੰਗੀ ਹੋ ਰਹੀ ਹੈ ਮੇਰੇ ਖੁਸ਼ ਹੋਣ ਤੋਂ? ਤੁਸੀਂ ਹੋਈ ਜਾਇਓ ਖੁਸ਼, ਪਰ ਵੱਡੇ ਭਾਈ ਸਾਹਿਬ ਨੂੰ ਕੋਈ ਖੁਸ਼ੀ ਨਹੀਂ ਹੋਈ ਆ ਗੱਲ ਸੁਣ ਕੇ। ਉਹਨਾਂ ਦਾ ਤੇ ਪਾਰਾ ਹਾਈ ਹੋਇਆ ਪਿਆ ਗੀਤ ਦੀ ਇਹ ਹਰਕਤ ਵੇਖ ਕੇ। ਉਹਨਾਂ ਦੀ ਕਿਹੜੀ ਗੱਲ ਹੈ ਕੰਮੋ? ਉਹਨਾਂ ਦਾ ਪਾਰਾ ਤੇ ਹਰ ਵਕਤ ਚੜਿਆ ਰਹਿੰਦਾ ਹੈ। ਹਾਂ, ਪਰ ਹਰ ਰੋਜ਼ ਉਹ ਬ੍ਰੇਕਫਾਸਟ ਛੱਡ ਕੇ ਡਾਈਨਿੰਗ ਟੇਬਲ ਤੋਂ ਤਾਂ ਨਹੀਂ ਉੱਠੇ ਨਾ, ਪਰ ਅੱਜ ਉੱਠ ਗਏ ਮੰਮੀ ਜੀ ਨੂੰ ਆਪਣੇ ਸਾਹਮਣੇ ਵਾਲੀ ਕੁਰਸੀ ਤੇ ਬੈਠਿਆਂ ਦੇਖ ਕੇ। ਹਜੇ ਤੱਕ ਤੇ ਉਹਨਾਂ ਨੇ ਕੁਝ ਖਾਧਾ ਵੀ ਨਹੀਂ ਹੋਣਾ। ਹੁਣ ਵੀ ਖੁਸ਼ ਹੋਵੋਗੇ ਨਾ ਤੁਸੀਂ? ਹੈ ਕੋਈ ਗੱਲ ਨਹੀਂ ਕੰਮੋ, ਜਦੋਂ ਭੁੱਖ ਲੱਗੇਗੀ ਆਪੇ ਖਾ ਲੈਣਗੇ। ਹਾਂ, ਹੁਣ ਤੇ ਤੁਸੀਂ ਵੀ ਗੀਤ ਦੀ ਉਹ ਬੋਲੀ ਬੋਲੋਗੇ ਨਾ ਵੱਡੀ ਭਾਬੀ ਜੀ। ਉਹ ਵੀ ਵੱਡੇ ਭਾਈ ਸਾਹਿਬ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਸ਼ਰਤਾਂ ਲਾਉਣ ਨੂੰ ਫਿਰਦੀ ਸੀ। ਵੱਡੇ ਭਾਈ ਸਾਹਿਬ ਨੂੰ ਕਹਿੰਦੀ ਸੀ ਕਿ ਇੱਕ ਨਾ ਇੱਕ ਦਿਨ ਡਾਈਨਿੰਗ ਟੇਬਲ ਤੇ ਮੰਮੀ ਜੀ ਨੂੰ ਨਾ ਉਹਨਾਂ ਦੇ ਸਾਹਮਣੇ ਬਿਠਾ ਕੇ ਖਾਣਾ ਖਵਾਏਗੀ, ਤੇ ਅਸੀਂ ਸਾਰੇ ਨਜ਼ਾਰੇ ਵੇਖਾਂਗੇ। ਤੁਸੀਂ ਤੇ ਸਾਡੇ ਨਾਲੋਂ ਵੱਧ ਜਾਣਦੇ ਨਾ ਵੱਡੇ ਭਾਈ ਸਾਹਿਬ ਨੂੰ। ਸਾਰੀ ਉਮਰ ਕੱਟੀ ਹੈ ਤੁਸੀਂ ਉਹਨਾਂ ਦੇ ਨਾਲ। ਤੁਸੀਂ ਦੱਸੋ, ਨਹੀਂ ਦੱਸੋ ਮੈਨੂੰ, ਏਦਾਂ ਕਦੀ ਹੋ ਸਕਦਾ ਵੱਡੀ ਭਾਬੀ ਜੀ? ਮੈਂ ਤੇ ਜੇਕੇ ਸਾਹਿਬ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ,
ਤੇ ਤੁਸੀਂ ਸਾਰੇ ਵੀ ਜਾਣਦੇ ਹੋ, ਪਰ ਤੁਸੀਂ ਗੀਤ ਨੂੰ ਨਹੀਂ ਜਾਣਦੇ। ਜੇ ਗੀਤ ਨੇ ਇਹ ਗੱਲ ਮੂੰਹੋਂ ਕੱਢੀ ਹੈ ਨਾ ਤੇ ਉਹ ਇਹ ਗੱਲ ਪੂਰੀ ਵੀ ਕਰੇਗੀ। ਤੇ ਉਹ ਦਿਨ ਜ਼ਰੂਰ ਆਏਗਾ ਜਦੋਂ ਜੇਕੇ ਸਾਹਿਬ ਤੇ ਮੰਮੀ ਜੀ ਦੋਵੇਂ ਇਕੱਠੇ ਇੱਕੋ ਡਾਈਨਿੰਗ ਟੇਬਲ ਤੇ ਬੈਠ ਕੇ ਖਾਣਾ ਖਾਣਗੇ। ਜੇ ਤੁਹਾਡਾ ਵਿਸ਼ਵਾਸ ਪੱਕਾ ਹੈ ਤੇ ਹੋ ਸਕਦਾ ਇਦਾਂ ਹੀ ਹੋ ਜਾਵੇ, ਪਰ ਤੁਸੀਂ ਸ਼ਾਇਦ ਉਹ ਦਿਨ ਦੇਖ ਨਾ ਸਕੋ। ਤੁਸੀਂ ਇੱਥੇ ਜੇਕੇ ਸਾਹਿਬ? ਹਾਂਜੀ, ਮੈਂ ਇੱਥੇ ਹਾਂ, ਪਰ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ। ਮੈਂ ਤੁਹਾਨੂੰ ਦੁਬਾਰਾ ਆਪਣੇ ਕਮਰੇ ਵਿੱਚ ਲੈ ਕੇ ਜਾਣ ਲਈ ਨਹੀਂ ਆਇਆ। ਜਿਸ ਤਰ੍ਹਾਂ ਤੁਸੀਂ ਇਸ ਖੁੰਝੇ ਵਿੱਚ ਬੈਠੇ ਹੋ ਨਾ, ਉਸੇ ਤਰ੍ਹਾਂ ਤੁਸੀਂ ਖੁੰਡੇ ਲੈਣ ਲੱਗੇ ਰਹੋਗੇ। ਜੇ ਕਿ ਮੇਰਾ ਕਿਸੇ ਨੌ ਦੀ ਇੰਨੀ ਆਕੜ ਨਹੀਂ ਚੱਲ ਸਕਦਾ। ਕੀ ਗੱਲ ਹੈ ਜੇਕੇ ਸਾਹਿਬ, ਜਨਾਨੀ ਵਿੱਚ ਆਕੜ ਨਹੀਂ ਹੋ ਸਕਦੀ? ਉਹਨੂੰ ਆਪਣੇ ਆਪ ਤੇ ਮਾਣ ਨਹੀਂ ਹੋ ਸਕਦਾ? ਧੌਣ ਉੱਚੀ ਰੱਖਣ ਦਾ ਹੱਕ ਸਿਰਫ ਮਰਦਾਂ ਨੂੰ ਹੀ ਹੈ। ਅਜੇ ਵੀ ਤੁਹਾਡੀ ਇਹ ਸਦੀਆਂ ਪੁਰਾਣੀ ਸੋਚ ਹੈ। ਅੱਜ ਕੱਲ੍ਹ ਦੀ ਦੁਨੀਆ ਵਿੱਚ ਤੁਸੀਂ ਆਪਣੀ ਇਸ ਸੋਚ ਨਾਲ ਬਹੁਤ ਦੁਖੀ ਹੋਵੋਗੇ ਜੇਕੇ ਸਾਹਿਬ। ਜ਼ਿਆਦਾ ਬੋਲਣ ਦੀ ਲੋੜ ਨਹੀਂ ਹੈ। ਮੈਨੂੰ ਪਤਾ ਹੈ ਤੁਹਾਨੂੰ ਮੇਰੀ ਸੋਚ ਮਾੜੀ ਤੇ ਕਿੱਦਾਂ ਲੱਗਣ ਲੱਗ ਪਈ ਹੈ। ਜੋ ਦਿਲ ਵਿੱਚ ਹੁੰਦਾ ਬੋਲੀ ਜਾਂਦੇ ਹੋ। ਹੁਣ ਤੁਹਾਡੇ ਖੰਭ ਵੀ ਬਹੁਤ ਜਲਦੀ ਕੁਤਰੇ ਜਾਣਗੇ। ਕਿਉਂ? ਹੁਣ ਕੋਈ ਹੋਰ ਤਰਕੀਬ ਲਾਈ ਹੈ ਗੀਤ ਨੂੰ ਘਰੋਂ ਕੱਢਣ ਦੀ? ਪਹਿਲੀਆਂ ਤਰਕੀਬਾਂ ਤੇ ਚੱਲੀਆਂ ਨਹੀਂ ਤੁਹਾਡੀਆਂ ਜੇਕੇ ਸਾਹਿਬ। ਨਹੀਂ, ਹੁਣ ਉਹ ਇਸ ਘਰ ਵਿੱਚੋਂ ਕਿਤੇ ਨਹੀਂ ਜਾਏਗੀ। ਉਹ ਵੀ ਇੱਥੇ ਹੀ ਰਹੇਗੀ ਤੇ ਉਹਦਾ ਪਿਓ ਸੁਰਜੀਤ ਢੋਲੀ ਵੀ ਇੱਥੇ ਹੀ ਰਹੇਗਾ, ਕਿਉਂਕਿ ਮੇਰਾ ਹਾਊਸ ਵਿੱਚ ਜਸ਼ਨ ਹੋਣ ਵਾਲਾ ਹੈ। ਮੇਰੇ ਜਨਮ ਦਿਨ ਦਾ ਜਸ਼ਨ ਹੈ। ਉਹਦੇ ਵਿੱਚੋਂ ਸੁਰਜੀਤ ਢੋਲੀ ਜਾਂ ਕੀ ਢੋਲੀ, ਉਹਨਾਂ ਦੋਵਾਂ ਵਿੱਚ ਇੱਕ ਜਾਣਾ ਢੋਲ ਜ਼ਰੂਰ ਵਜਾਏਗਾ। ਸੁਰਜੀਤ ਜਾਂ ਗੀਤ? ਪਰ ਇਹ ਕਿੱਦਾਂ ਹੋ ਸਕਦਾ ਹੈ ਜੇਕੇ ਸਾਹਿਬ? ਇਹ ਤਾਂ ਐਵੇਂ ਹੀ ਹੋਏਗਾ ਤੇ ਉਹ ਵੀ ਤੁਹਾਡੇ ਸਾਹਮਣੇ ਹੋਵੇਗਾ ਤੇ ਹੋਰ ਵੀ ਬਹੁਤ ਕੁਝ ਹੋਵੇਗਾ। ਹਰ ਬਾਰ ਦੀ ਤਰ੍ਹਾਂ ਆਤਿਸ਼ਬਾਜ਼ੀ ਹੋਏਗੀ, ਪਰ ਇਸ ਵਾਰ ਆਤਿਸ਼ਬਾਜ਼ੀ ਵੱਲ ਕਿਸੇ ਦਾ ਧਿਆਨ ਨਹੀਂ ਜਾਏਗਾ, ਕਿਉਂਕਿ ਇਸ ਵਾਰ ਤੁਹਾਡੀ ਨੌ ਰਾਣੀ ਢੋਲ ਜੋ ਵਜਾਏਗੀ ਨਾ, ਜਦੋਂ ਉਹ ਢੋਲ ਵਜਾਏਗੀ ਨਾ ਤੇ ਫਿਰ ਸਾਰੀ ਦੁਨੀਆ ਨੂੰ ਪਤਾ ਲੱਗ ਜਾਏਗਾ ਉਹਦੀ ਅਸਲੀ ਔਕਾਤ ਕੀ ਹੈ। ਫਿਰ ਮੈਂ ਵੀ ਦੇਖਾਂਗਾ ਤੁਸੀਂ ਵੀ ਕਿੰਨੀ ਉੱਚੀ ਛਾਲ ਮਾਰਦੇ ਹੋ ਗੀਤ ਦੇ ਸਿਰ ਤੇ। ਪਰ ਤੁਸੀਂ ਇਹ ਕਿੱਦਾਂ ਕਰ ਸਕਦੇ ਹੋ ਜੇਕੇ ਸਾਹਿਬ? ਹਾਂਜੀ ਤਾਇਆ ਜੀ, ਗੀਤ ਭਾਬੀ ਤਾਂ ਇਸ ਘਰ ਦੀ ਨੂੰਹ ਹੈ ਨਾ, ਉਹ ਕਿੱਦਾਂ ਢੋਲ ਵਜਾ ਸਕਦੀ ਹੈ ਤੁਹਾਡੇ ਬਰਥਡੇ ਤੇ? ਤੁਸੀਂ ਸਾਰੇ ਦੇਖੋਗੇ, ਸਾਰੀ ਦੁਨੀਆ ਦੇਖੇਗੀ। ਢੋਲ ਤਾਂ ਉਸ ਨੂੰ ਵਜਾਣਾ ਹੀ ਪਏਗਾ। ਵਾਹ ਵੱਡੇ ਭਾਈ ਸਾਹਿਬ ਵਾਹ, ਹੁਣ ਤੁਹਾਡੀ ਨੂੰਹ ਤੇ ਕੁੜਮ ਵਿੱਚੋਂ ਕੋਈ ਇੱਕ ਜਣਾ ਢੋਲ ਵਜਾਊਗਾ, ਫਿਰ ਤਾਂ ਬਹੁਤ ਮਜ਼ਾ ਆਊਗਾ। ਕਿਹੜੇ ਕੁੜਮ ਦੀ ਗੱਲ ਕਰਦੇ ਪਈਆਂ ਤੂੰ? ਉਹ ਸੁਰਜੀਤ ਢੋਲੀ ਦੀ? ਉਹ ਮੇਰਾ ਕੁੜਮ ਕਦੇ ਨਹੀਂ ਬਣ ਸਕਦਾ। ਉਹ ਸਿਰਫ ਇੱਕ ਢੋਲੀ ਹੈ, ਸਿਰਫ ਢੋਲ ਵਜਾਏਗਾ ਤੇ ਸਿਰਫ ਢੋਲ ਹੀ ਵਜਾਏਗਾ। ਤੇ ਮੈਂ ਆਪਣੇ ਜਨਮ ਦਿਨ ਦਾ ਜਸ਼ਨ ਮਨਾਵਾਂਗਾ ਆਪਣੇ ਪਰਿਵਾਰ ਤੇ ਆਪਣੇ ਦੋਸਤ ਮਿੱਤਰਾਂ ਨਾਲ। ਜਸ਼ਨ ਦੀ ਗੱਲ ਕਰਕੇ ਤਾਂ ਤੁਸੀਂ ਆਪਣੇ ਆਪ ਨੂੰ ਤਸੱਲੀ ਦੇ ਰਹੇ ਹੋ ਜੇਕੇ ਸਾਹਿਬ। ਪਤਾ ਤੇ ਤੁਹਾਨੂੰ ਵੀ ਕਿ ਤੁਸੀਂ ਗੀਤ ਕੋਲੋਂ ਬਦਲਾ ਲੈਣ ਦੀ ਕੋਸ਼ਿਸ਼ ਕਰ ਰਹੇ ਹੋ। ਤੁਹਾਨੂੰ ਕੀ ਲੱਗਦਾ ਜਸਲੀਨ ਜੀ, ਗੀਤ ਜੇ ਕਿ ਮੇਰਾ ਦੇ ਹੱਥ ਵਿੱਚ ਡਾਂਗਾ ਤੇ ਤੀਲੀ ਫੜਾ ਦੇਵੇਗੀ, ਉਹ ਮੈਨੂੰ ਢੋਲ ਵਜਾਉਣ ਲਈ ਕਹੇਗੀ ਤੇ ਮੈਂ ਉਸ ਨੂੰ ਬਖਸ਼ ਦਿਆਂਗਾ? ਨਹੀਂ ਜਸਲੀਨ ਜੀ ਨਹੀਂ, ਉਹ ਹਜੇ ਜੇਕੇ ਮੇਰਾ ਨੂੰ ਜਾਣਦੀ ਨਹੀਂ ਹੈ। ਉਹਨੂੰ ਪਤਾ ਨਹੀਂ ਹੈ ਜੇਕੇ ਮੇਰਾ ਕੌਣ ਹੈ ਤੇ ਮੈਂ ਕੀ ਕਰ ਸਕਦਾ। ਉਹ ਤਾਂ ਇਸ ਤਰ੍ਹਾਂ ਇਸ ਘਰ ਵਿੱਚ ਡੇਰਾ ਲਾਉਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਉਸ ਨੂੰ ਮੈਂ ਨਾ ਤਾਂ ਆਪਣੀ ਨੂੰਹ ਮੰਨਿਆ ਤੇ ਨਾ ਕਦੀ ਮੰਨਾਂਗਾ। ਤੁਹਾਡੇ ਜਾਂ ਮੇਰੇ ਜਾਂ ਕਿਸੇ ਹੋਰ ਦੇ ਮੰਨਣ ਨਾਲ ਕੀ ਹੁੰਦਾ ਹੈ ਜੇਕੇ ਸਾਹਿਬ? ਮਲਹਾਰ ਉਹਨੂੰ ਆਪਣੀ ਵੋਟੀ ਮੰਨਦਾ ਹੈ ਤੇ ਜ਼ਿੰਦਗੀ ਤਾਂ ਉਹਨੇ ਉਹਦੇ ਨਾਲ ਕੱਟਣੀ ਹੈ ਨਾ, ਫਿਰ ਕੋਈ ਕੀ ਕਰ ਸਕਦਾ ਹੈ? ਮਲਹਾਰ ਤਾਂ ਬਹੁਤ ਕੁਝ ਮੰਨਦਾ ਹੈ। ਉਹ ਤਾਂ ਸੁਰਜੀਤ ਢੋਲੀ ਨੂੰ ਵੀ ਆਪਣਾ ਸੋਹਰਾ ਮੰਨਦਾ ਹੈ। ਇੰਨਾ ਬੇਸ਼ਰਮ ਹੋ ਗਿਆ ਹੈ ਕਿ ਉਸਨੇ ਮੇਰੇ ਸਾਹਮਣੇ ਸੁਰਜੀਤ ਢੋਲੀ ਦੇ ਪੈਰੀਂ ਹੱਥ ਲਾਏ ਨੇ। ਮੈਂ ਤਾਂ ਉਸ ਨੂੰ ਕਹਿ ਦਿੱਤਾ ਹੈ ਉਹ ਸੁਰਜੀਤ ਢੋਲੀ ਨੂੰ ਸੋਹਰਾ ਨਹੀਂ ਆਪਣਾ ਪਿਓ ਮੰਨ ਲਵੇ। ਮੈਂ ਤਾਂ ਹੁਣ ਉਹਨੂੰ ਪਿਓ ਕਹਿਣ ਦਾ ਹੱਕ ਵੀ ਖੋਹ ਲਿੱਤਾ ਹੈ। ਉਹਦੇ ਲਈ ਅੱਜ ਤੋਂ ਮੈਂ ਮਰ ਗਿਆ। ਤੁਸੀਂ ਉਹਨੂੰ ਐਦਾਂ ਕਿਹਾ? ਹਾਂ, ਮੈਂ ਉਸ ਨੂੰ ਕਿਹਾ ਕਿਉਂਕਿ ਮੈਂ ਉਸ ਨੂੰ ਸੁਰਜੀਤ ਢੋਲੀ ਦੇ ਪੈਰਾਂ 'ਚ ਪੈਂਦੇ ਦੇਖ ਕੇ ਇਸ ਗੱਲ ਦਾ ਮੈਨੂੰ ਪੱਕਾ ਯਕੀਨ ਹੋ ਗਿਆ ਹੈ ਮਲਹਾਰ ਇਸ ਘਰ ਦਾ ਖੂਨ ਨਹੀਂ ਹੈ।
मेरा परिवार का पुत्र नहीं आओ। ਖਬਰਦਾਰ ਜੇਕੇ ਸਾਹਿਬ, ਤੁਸੀਂ ਮੈਨੂੰ ਬਾਰ-ਬਾਰ ਇਦਾਂ ਬੇਇੱਜ਼ਤ ਨਹੀਂ ਕਰ ਸਕਦੇ। ਐਡਾ ਵੱਡਾ ਇਲਜ਼ਾਮ ਮੈਂ ਨਹੀਂ ਸਮਾਂਗੀ ਤੁਹਾਡੇ ਮੂੰਹੋਂ। ना तो है इल्जाम है, ना ही मैं थोड़ी बेइज्जती कर रहा। बस यही सच है जो मैं बयान कर रहा। ਇਹ ਤੁਹਾਡਾ ਆਪਣਾ ਬਣਾਇਆ ਹੈ ਸੱਚ ਹੈ ਜੇਕੇ ਸਾਹਿਬ, ਪਰ ਇਹੋ ਜਿਹਾ ਸੱਚ ਬੋਲਦਿਆਂ ਤੁਹਾਨੂੰ ਸ਼ਰਮ ਨਹੀਂ ਆਈ? ਤੁਸੀਂ ਐਦਾਂ ਦੀ ਘਟੀਆ ਗੱਲ ਸੋਚ ਹੀ ਕਿੱਦਾਂ ਸਕਦੇ ਹੋ ਜੇਕੇ ਸਾਹਿਬ? हेलो जसलीन जी, अवतार किशन बोल रहे हैं। अच्छा ते हुण पता लग्या मैनू मेरा हौजा चोर कित्थे लुकिया बैठा है। मैं भी सोच रहा सीगा मेरी घरवाली नू की हो गया जिहड़ी मेरे नाल इदां लड़ाई करदी पई है। तोड़ विछोड़ा ही कर लिया। किहदे नाल गल कर रहे हो जेके साहब? किहदा फोन आया है? काली कादी है दस देना। चलो कमरू भी तुम सारे बच्चों लेके बाहर जाओ। गिन्नी ते पर तुसी भी जाओ। ਪਰ ਵੱਡੇ ਭਾਈ ਸਾਹਿਬ ਸਾਨੂੰ ਕਿ ਬਾਹਰ ਕੱਲ ਦਿੱਤੇ ਹੋ ਤੁਸੀਂ? ज्यादा सवाल ना कर कमो। मैं थानू सारे नू बाहर जाने की है। चले जाओ तुसी इथों बाहर। हाँ जी भाई साहब, चल पर चलिए आप। हाँ जी अवतार किशन जी, हुण दसो। हुण तो मैं तुहाडे दोवां दे रंग विच भंग पा लई। मैं भी जसलीन जी दे नाल नहीं रहिंदा। हुण किद्दां झूठदे पए हो प्यार दी पिंगा मेरी घरवाली नाल? तुसी तां एडे वड्डे बंदे हो जेके साहब, इदां दी गल करदे होए अपनी वाइफ दा लिहाज तां रखो। मुंह बंद, एकदम बंद कर लै मुंह अपना। हुण मैनूं तुहाडी लिहाजा दा भी पता लग गया। हुण मैनूं पता लग गया जसलीन मेरा कमरा छड्ड के दूसरे कमरे विच क्यों चली गई है। मैं तां तुहानूं बहुत सियाना समझदा सी जेके साहब, पर तुसी तां बहुत छोटी सोच दे इंसान निकले। मैं एक बाहरला बंदा है ते एक बाहरले बंदे करके तुसी अपनी वाइफ दी बेइज्जती कर रहे हो। तुसीं बाहरले बंदे कित्थों हो गए अवतार किशन जी? बस एक तुहाडे करके मेरे नाल एक छत थल्ले रहन तो बाद भी मेरी घरवाली मेरे तो बखरी रहन लग पई। फिर तो मैनूं उहदे उपर शक होएगा ही ना। फिर तो मैनूं यह सोचना ही पेगा ना ਉਹਦਾ ਮੇਰੇ ਕੋਲੋਂ ਦੂਰ ਜਾਣ ਦਾ ਕਾਰਨ ਕੀ ਹੋ ਸਕਦਾ ਹੈ। जेके साहब, ये तुसी किद्दां गल कर रहे हो? तमीज नाल गल करो। ਜਸਲੀਨ ਵਿੱਚ ਨਾ ਬੋਲ, ਮੈਨੂੰ ਗੱਲ ਕਰ ਲੈਂਦੇ। ਤੁਸੀਂ ਮੈਨੂੰ ਹਜੇ ਚੰਗੀ ਤਰ੍ਹਾਂ ਜਾਣਦੇ ਨਹੀਂ ਹੋ ਤੇ ਨਾ ਹੀ ਮੇਰਾ ਹੌਜ਼ੀ ਨੂੰਹਾਂ ਦਾ ਹੱਦ ਦਾ ਪਤਾ ਤੁਹਾਨੂੰ। ਮੇਰਾ ਹੌਜ਼ੀ ਨੂੰਹਾਂ ਦਾ ਸਮਾਜ ਵਿੱਚ ਇੱਕ ਖਾਸ ਰੁਤਬਾ ਹੈ। ਇੰਨਾ ਉੱਚਾ ਰੁਤਬਾ ਹੈ ਤੁਹਾਡੇ ਵਰਗੇ ਗਾਣ ਵਜਾਉਣ ਵਾਲੇ ਬੰਦੇ ਉਹਨਾਂ ਵੱਲ ਅੱਖ ਚੁੱਕ ਕੇ ਦੇਖਣ ਦੀ ਹਿੰਮਤ ਵੀ ਨਹੀਂ ਕਰ ਸਕਦੇ। ਤੇ ਜੇ ਮੇਰੀ ਘਰਵਾਲੀ ਨੇ ਇਦਾਂ ਦੇ ਕਿਸੇ ਬੰਦੇ ਨਾਲ ਅੱਖ ਮਿਲਾਉਣ ਦੀ ਜ਼ਰੂਰਤ ਕੀਤੀ ਤੇ ਫਿਰ ਉਹ ਵੀ ਆਪਣੇ ਹੱਥ ਵਧਾਉਣ ਲਈ ਤਿਆਰ ਰਹੇ। ਮੈਨੂੰ ਇਹ ਤਾਂ ਨਹੀਂ ਪਤਾ ਪਾਪਾ ਜੀ ਕਿ ਤੁਸੀਂ ਕਿਹਦੇ ਨਾਲ ਗੱਲ ਕਰ ਰਹੇ ਹੋ, ਪਰ ਵੱਡੀ ਮੈਡਮ ਜੀ ਬਾਰੇ ਇਦਾਂ ਦੀ ਗੱਲ ਕਰਨੀ ਆ ਤੁਹਾਨੂੰ ਸ਼ੋਭਾ ਨਹੀਂ ਦਿੰਦੀਆਂ। ਇਦਾਂ ਕੀ ਦੇਖ ਰਹੇ ਹੋ ਪਾਪਾ ਜੀ? ਮੈਂ ਕੁਝ ਗਲਤ ਤਾਂ ਨਹੀਂ ਨਾ ਕਿਹਾ? ਫੋਨ ਤੇ ਕੋਈ ਬਾਹਰਲੇ ਬੰਦਾ ਹੋਏਗਾ ਨਾ, ਤੇ ਬਾਹਰਲੇ ਬੰਦੇ ਨਾਲ ਤੁਸੀਂ ਵੱਡੀ ਮੈਡਮ ਜੀ ਬਾਰੇ ਇਦਾਂ ਦੀ ਗੱਲ ਕਰ ਰਹੇ ਹੋ, ਇਹ ਤਾਂ ਗਲਤ ਗੱਲ ਹੈ ਨਾ। ਗੀਤ, ਇਹ ਸਾਡਾ ਪਰਸਨਲ ਮੈਟਰ ਹੈ, ਇਹਦੇ ਵਿੱਚ ਨਾ ਹੀ ਬੋਲਦਾ ਚੰਗਾ ਹੈ। ਤੁਹਾਡਾ ਕੀ ਹੈ? ਪਰਸਨਲ ਮੈਟਰ ਮੀਨ ਨਿੱਜੀ ਮਸਲਾ। ਸਾਡੇ ਮੀਆਂ ਬੀਬੀ ਦੇ ਮਸਲੇ ਵਿੱਚ ਟੰਗ ਨਾ ਆੜਾ ਤੇ ਚੁੱਪ ਕਰਕੇ ਤੋਂ ਚਲੀ ਜਾ। ਇਹ ਤੁਹਾਡਾ ਨਿੱਜੀ ਮਸਲਾ ਕਿੱਦਾਂ ਹੋਇਆ ਪਾਪਾ ਜੀ? ਮੈਂ ਇਸ ਘਰ ਦੀ ਨੂੰਹ ਆ ਤੇ ਮੇਰਾ ਤੇ ਵੱਡੀ ਮੈਡਮ ਜੀ ਦਾ ਸੱਸ ਨੂੰਹ ਦਾ ਰਿਸ਼ਤਾ ਹੈ, ਤੇ ਤੁਸੀਂ ਮੇਰੀ ਸੱਸ ਸਾਹਮਣੇ ਇਦਾਂ ਦੀਆਂ ਗੱਲਾਂ ਕਰਕੇ ਹੁਣ ਕਹਿ ਰਹੇ ਹੋ ਕਿ ਸਾਡਾ ਨਿੱਜੀ ਮਸਲਾ? ਨਹੀਂ ਪਾਪਾ ਜੀ ਨਹੀਂ, ਮੇਰੀ ਸੱਸ ਹੀ ਹੁਣ ਮੇਰੀ ਮਾਂ ਦੀ ਜਗ੍ਹਾ ਹੈ, ਤੇ ਮਾਂ ਤਾਂ ਰੱਬ ਦਾ ਰੂਪ ਹੁੰਦੀ ਹੈ ਨਾ, ਤੇ ਮੈਂ ਆਪਣੇ ਰੱਬ ਬਾਰੇ ਇਦਾਂ ਦੀ ਗੱਲਾਂ ਨਹੀਂ ਸੁਣ ਸਕਦੀ। ਤੂੰ ਕਹਿਣਾ ਕਿ ਚਾਹਨੀ ਹੈ ਗੀਤ? ਤੈਨੂੰ ਪਤਾ ਵੀ ਹੈ ਮੈਂ ਕਿਹਦੇ ਨਾਲ ਗੱਲ ਕਰ ਰਿਹਾ? ਮੈਨੂੰ ਚੰਗੀ ਤਰ੍ਹਾਂ ਪਤਾ ਹੈ। ਮੈਨੂੰ ਇਹ ਵੀ ਪਤਾ ਹੈ ਕਿ ਜਿਨ੍ਹਾਂ ਨਾਲ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਘਰ ਤਾਨਿਆ ਜਾ ਕੇ ਉਹਨਾਂ ਦੀ ਬਹੁਤ ਬੇਇੱਜ਼ਤੀ ਕਰਕੇ ਆਈ ਹੈ, ਤੇ ਮੈਨੂੰ ਇਹ ਵੀ ਪਤਾ ਹੈ ਕਿ
ਕਿ ਉਹਨਾਂ ਦੇ ਭੇਜੇ ਹੋਏ ਵੱਡੇ ਮੈਡਮ ਜੀ ਨੂੰ ਸੂਟ ਤੇ ਸਿੰਦੂਰ ਤਾਨਿਆ ਦੋਨੋਂ ਖਿਲਾਰ ਕੇ ਆਈ ਹੈ ਉਹਨਾਂ ਦੇ ਸਾਹਮਣੇ। ਮੈਨੂੰ ਸਭ ਕੁਝ ਪਤਾ ਹੈ ਪਾਪਾ ਜੀ, ਪਰ ਤੁਸੀਂ ਭੁੱਲ ਰਹੇ ਹੋ ਕਿ ਤੁਹਾਨੂੰ ਆਪਣੀ ਘਰਵਾਲੀ ਨੂੰ ਨਹੀਂ, ਸਗੋਂ ਆਪਣੀ ਧੀ ਨੂੰ ਅਕਲ ਸਿਖਾਉਣੀ ਚਾਹੀਦੀ ਹੈ।